ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ। ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਆਓ ਇਤਿਹਾਸ ਨਾਲ ਜੁੜ ਕਰਕੇ ਆਪਣੇ ਸਮੇਂ ਨੂੰ ਸਫਲਾ ਕਰੀਏ। ਅੱਜ ਦਾ ਦਿਹਾੜਾ ਸਿੱਖ ਜਗਤ ਦੇ ਇਤਿਹਾਸ ਵਿੱਚ ਛੋਟੇ ਘੱਲੂਘਾਰੇ ਵਜੋਂ ਪ੍ਰਸਿੱਧ ਹੈ। ਇਹ ਘੱਲੂਘਾਰੇ, ਇਹ ਸਾਕੇ, ਇਹ ਸ਼ਹੀਦੀਆਂ ਸਿੱਖ ਜਗਤ ਦੇ ਵਿੱਚ ਬਹੁਤਾਤ ਵਿੱਚ ਨੇ। ਇਹਦਾ ਕਾਰਨ ਕੀ ਹੈ? ਆਓ ਪਿਛੋਕੜ ਵੱਲ ਝਾਤ ਮਾਰੀਏ। 1001 ਵਿੱਚ ਮਹਿਮੂਦ ਗਜ਼ਨਵੀ ਭਾਰਤ ਵਰਸ਼ 'ਤੇ ਹੱਕ ਜਮਾਉਂਦਾ ਹੈ। ਪਠਾਣਾ ਮੁਗਲਾਂ ਦਾ ਰਾਜ ਭਾਰਤ ਵਿੱਚ ਰਿਹਾ ਔਰ ਇਹਨਾਂ ਨੇ ਇਹ ਯਤਨ ਜਾਰੀ ਰੱਖੇ, ਚਾਹੇ ਭਾਰਤ ਵਿੱਚ ਕੋਈ ਹਿੰਦੂ ਹੈ, ਚਾਹੇ ਕੋਈ ਜੈਨੀ ਹੈ, ਚਾਹੇ ਕੋਈ ਬੋਧੀ ਹੈ, ਹਰ ਇੱਕ ਨੂੰ ਕਲਮਾ ਪੜ੍ਹਾ ਕੇ ਇਸਲਾਮ ਵਿੱਚ ਲਿਆਂਦਾ ਜਾਵੇ। ਹਨੇਰਗਰਦੀ ਛਾਈ ਸੀ। ਜ਼ੁਲਮੋ ਸਤਮ ਹੁਕਮਰਾਨ ਭਾਰਤ ਵਿੱਚ ਢਾਹ ਰਹੇ ਸਨ। 1526 ਬਿਕਰਮੀ ਸੰਮਤ ਨੂੰ ਇਸ ਰੂਹੇ ਜ਼ਮੀਨ 'ਤੇ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ, ਜਿਨ੍ਹਾਂ ਨੇ ਸਿੱਖ ਧਰਮ ਦਾ ਆਗਾਜ਼ ਕੀਤਾ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਇਜ਼ ਦਾ ਸੁਪਰੀਮ ਲਾਰਡ, ਹੀ ਇਜ਼ ਦਾ ਟ੍ਰਾਂਸੈਂਡੈਂਟ ਲਾਰਡ। ਗੁਰੂ ਨਾਨਕ ਹੀ ਖੁਦਾ ਹੈ। ਸੋ ਬਾਬਰ ਵਰਗੇ ਹੁਕਮਰਾਨ ਜ਼ੁਲਮ ਕਰ ਰਹੇ ਸਨ ਔਰ ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਦੇ ਜ਼ੁਲਮੋ ਸਤਮ ਢਾਉਣ ਵਾਲੇ ਰਾਜਿਆਂ ਬਾਬਤ ਇਹ ਲਫ਼ਜ਼ ਵਰਤੇ ਨੇ ਜੋ ਬਾਣੀ ਦੇ ਵਿੱਚ ਦਰਜ ਨੇ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਹਾ। ਰਾਜੇ ਕਸਾਈਆਂ ਵਰਗੇ ਸਨ। ਧਰਮ ਦੀ ਕੋਈ ਬਾਤ ਨਹੀਂ ਸੀ ਪਾਉਂਦਾ, ਕੋਈ ਨਿਆਂ ਨਹੀਂ ਸੀ ਹੁੰਦਾ। ਔਰ ਬਾਬਰ ਦੇ ਜ਼ੁਲਮੋ ਸਤਮ ਢਾਉਣ ਨੂੰ ਦੇਖ ਕੇ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਜਾਬਰ ਕਿਹਾ ਸੀ। ਇੱਥੋਂ ਬਾਬਰ ਕਿਆਂ ਨਾਲ ਬਾਬੇ ਕਿਆਂ ਦੀ ਟੱਕਰ ਸ਼ੁਰੂ ਹੁੰਦੀ ਹੈ। ਆਪਣੇ ਸਮੇਂ ਦੇ ਜਹਾਂਗੀਰ ਵਰਗੇ ਹੁਕਮਰਾਨ ਨੂੰ ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਇਨਸਾਨੀਅਤ ਦਾ ਸਬਕ ਪੜ੍ਹਾਇਆ, ਪਰ ਗੁਰੂ ਸਾਹਿਬ ਦੀ ਨਿਮਰਤਾ ਨੂੰ ਨਾ ਜਾਣਦੇ ਹੋਏ, ਫਕੀਰੀ ਨੂੰ ਨਾ ਸਮਝਦੇ ਹੋਏ, ਗਿਆਨ ਦੀ ਪਰਿਭਾਸ਼ਾ ਨੂੰ ਨਾ ਸਮਝਦੇ ਹੋਏ, ਤਤੀ ਤਵੀ 'ਤੇ ਬਿਠਾ ਕੇ ਚੰਦੂ ਰਾਹੀਂ ਸ਼ਹੀਦ ਕਰ ਦਿੱਤਾ ਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੇਖਿਆ ਵੀ ਮੁਗਲ ਜ਼ੁਲਮੋ ਸਤਮ ਢਾਉਣ ਤੋਂ ਬਾਜ਼ ਨਹੀਂ ਆ ਰਹੇ। ਪਿਤਾ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਗੁਰੂ ਸਾਹਿਬ ਨੇ ਫਿਰ ਭਗਤੀ ਦੇ ਨਾਲ ਨਾਲ ਸ਼ਕਤੀ ਦੀ ਵਰਤੋਂ ਕੀਤੀ। ਇੱਕ ਪੀਰੀ ਦੀ ਤਲਵਾਰ ਤੇ ਇੱਕ ਮੀਰੀ ਦੀ ਤਲਵਾਰ ਪਹਿਨੀ। ਸ਼੍ਰੀ ਹਰਿਮੰਦਰ ਸਾਹਿਬ ਭਗਤੀ ਦਾ ਕੇਂਦਰ ਤੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਸ਼ਕਤੀ ਦਾ ਕੇਂਦਰ ਸਥਾਪਿਤ ਕੀਤਾ। 4 ਜੰਗਾਂ ਭਾਰਤ ਵਰਸ਼ ਦੇ ਬਾਦਸ਼ਾਹ ਸ਼ਾਹਜਹਾਨ ਦੇ ਨਾਲ ਲੜੀਆਂ ਔਰ 4 ਹੀ ਜੰਗਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਜਿੱਤੇ ਨੇ। ਜਿਵੇਂ ਇਤਿਹਾਸ ਦੇ ਬੋਲ ਨੇ, ਉਹ ਐਸੀ ਤਾਕਤ ਦੇ ਮਾਲਕ ਸਨ। ਮੈਂ ਪਰਬਤ ਕੋ ਗਰਦ ਮਿਲਾਵੂੰ, ਰਜ ਕਨ ਕੋ ਸਮਮੇਰ ਬਣਾਵੂੰ। ਗੁਰੂ ਸਾਹਿਬ ਵਿੱਚ ਇੰਨੀ ਤਾਕਤ ਹੈ, ਸੁਮੇਰ ਵਰਗੇ ਪਰਬਤਾਂ ਨੂੰ ਮਿੱਟੀ ਵਿੱਚ ਮਿਲਾ ਸਕਦੇ ਨੇ। ਸਤਿਗੁਰ ਮੇਰਾ ਤਾਣ ਨਿਤਾਣ, ਨਿਤਾਣਿਆਂ ਨੂੰ ਤਾਣ ਬਖਸ਼ ਕੇ ਮਿੱਟੀ ਵਿੱਚ ਰੁਲਦੇ ਕਿਣਕਿਆਂ ਨੂੰ ਤਖਤ ਬਖਸ਼ ਸਕਦੇ ਨੇ। ਸਮਾਂ ਆਇਆ, ਫਿਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਸਮਝਾਉਣਾ ਚਾਹਿਆ ਵੀ ਸਨਾਤਨ ਮਤ 'ਤੇ ਜੰਜੂ ਤੇ ਜ਼ੁਲਮੋ ਸਤਮ ਨਾ ਢਾ। ਉਹ ਨਾ ਬਾਜ ਆਇਆ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਉਸਨੇ ਸ਼ਹੀਦ ਕਰ ਦਿੱਤਾ। ਸਮਾਂ ਆਇਆ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਦੇ ਤਖਤ 'ਤੇ ਬਿਰਾਜੇ। ਜਿਵੇਂ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਸੀ, ਇਸੇ ਤਰ੍ਹਾਂ ਹੀ ਔਰੰਗਜ਼ੇਬ ਨੂੰ
ਗੁਰੂ ਮਹਾਰਾਜ ਨੇ ਜੋ ਬੋਲ ਕਹੇ ਨੇ, ਪਰਸ਼ੀਅਨ ਦੇ ਵਿੱਚ, ਫਾਰਸੀ ਦੇ ਵਿੱਚ, ਮਹਾਨ ਰਚਨਾ ਜ਼ਫਰਨਾਮਾ ਦੇ ਵਿੱਚ ਉਹ ਦਰਜ ਨੇ। ਔਰੰਗਜ਼ੇਬ ਨੂੰ ਮਹਾਰਾਜ ਨੇ ਕਿਹਾ ਸੀ, ਨਾ ਈਮਾ ਪਰਸਤੀ, ਨਾ ਔਜ਼ਾਏ ਦੀ, ਨਾ ਸਾਹਿਬ ਸ਼ਾਨਾਸੀ, ਨਾ ਮੁਹੰਮਦ ਯਾਕੀਨ, ਸ਼ਹਿਨਸ਼ਾਹੇ ਔਰੰਗਜ਼ੇਬ ਆਲਮੀਨ, ਕੇਦਾਰਾਏ ਦੌਰਸਤ ਦੂਰਸਤ ਦੀਨ। ਨਾ ਤਾਂ ਤੈਨੂੰ ਸਾਹਿਬ ਦੀ ਖੁਦਾ ਦੀ ਪਹਿਚਾਣ ਹੈ, ਨਾ ਮੁਹੰਮਦ ਜੀ ਤੇ ਤੈਨੂੰ ਯਕੀਨ ਹੈ, ਝੂਠੀਆਂ ਕਸਮਾਂ ਤੂੰ ਖਾਨਾ ਹੈ। ਇਹ ਠੀਕ ਹੈ ਤੂੰ ਲਿਬਾਸ ਧਾਰਮਿਕ ਪਹਿਨਿਆ ਹੈ, ਪਰ ਤੂੰ ਦੀਨ ਤੋਂ ਕੋਹਾਂ ਦੂਰ ਹੈ, ਧਰਮ ਤੋਂ ਤੂੰ ਕੋਹਾਂ ਦੂਰ ਹੈ। ਸੋ ਔਰੰਗਜ਼ੇਬ ਦੇ ਨਾਲ ਖਾਲਸਾ ਟਕਰਾਇਆ। 14 ਜੰਗਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਲੜੀਆਂ। ਔਰੰਗਜ਼ੇਬ ਦੀ ਮਦਦ ਤੇ 22 ਧਾਰ ਦੇ ਹਿੰਦੂ ਰਾਜੇ ਵੀ ਆਏ, ਪਰ 14 ਜੰਗਾਂ ਦੇ ਵਿੱਚ ਹੀ ਮੁੱਠੀ ਪਰ ਸਿੰਘ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਿੱਲੀ ਦੀਆਂ ਫੌਜਾਂ ਦੇ ਦੰਦ ਖੱਟੇ ਕੀਤੇ। ਜਿਵੇਂ ਜੋਗੀ ਅੱਲਾ ਯਾਰ ਖਾਂ ਦਾ ਕਥਨ ਹੈ, ਜਿਸ ਰਨ ਮੇਂ ਲੜਾ ਬੇ ਸरो ਸਾਮਾਨ ਲੜਾ ਤੂੰ, 100 ਸਿੰਘ ਲੀਏ ਲਾਖੋਂ ਪੇ ਜਾ ਜਾ ਕੇ ਪੜਾ ਤੂੰ। ਖੈਰ ਇਹਨਾਂ ਜੰਗਾਂ ਦੇ ਵਿੱਚ ਪਾਤਸ਼ਾਹ ਜਿੱਤੇ। ਸਿੱਖ ਜਗਤ ਦੀ ਫੁਲਵਾੜੀ ਨੂੰ ਪ੍ਰਫੁੱਲਤ ਰੱਖਣ ਲਈ, ਮਜ਼ਲੂਮ ਦੀ ਰੱਖਿਆ ਦੇ ਲਈ ਆਪਣੇ 4 ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਸ਼ਹੀਦ ਕਰਵਾ ਲਏ। ਚਮਕੌਰ ਦੀ ਜੰਗ, ਜਿੱਥੇ 10 ਲੱਖ ਦਾ ਘੇਰਾ, ਗੁਰਸਿੰਹ ਚੇਕਾਰੇ ਕੋ ਨਦ ਚਹਿਲ ਨਰ, ਕਿ ਦਹਲਕ ਬਰਾਇਦ ਬਰੋ ਬੇਖਬਰ, ਤੇ 40 ਭੁੱਖੇ ਸਿੰਘ। ਇਹ ਜੰਗ ਵੀ ਪਾਤਸ਼ਾਹ ਜਿੱਤੇ। ਖਿਦਰਾਣੇ ਦੀ ਢਾਬ ਦੀ ਜੰਗ ਵੀ ਜਿੱਤੇ। ਇਉਂ ਸਮਾਂ ਆਇਆ, ਸਰਬੰਸ ਵਾਰ ਕੇ ਨੰਦੇੜ ਦੀ ਧਰਤੀ ਤੇ ਪਾਤਸ਼ਾਹ ਪਹੁੰਚੇ ਨੇ। ਉੱਥੇ ਮਾਧੋ ਦਾਸ ਵੈਰਾਗੀ ਨੂੰ ਥਾਪੜਾ ਦੇ ਕੇ ਖੰਡੇ ਦੀ ਪੌਲ ਬਖਸ਼ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਵਜੂਦ ਕਾਇਮ ਕੀਤਾ ਔਰ ਥਾਪੜਾ ਦੇ ਕੇ ਪੰਜਾਬ ਦੇਸ਼ ਵੱਲ ਤੋਰਿਆ। ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਸਦਕਾ ਪੰਜਾਬ ਦੇਸ਼ ਦੇ ਵਿੱਚ ਸਭ ਤੋਂ ਜੋ ਤਾਕਤਵਰ ਸੂਬਾ ਸੀ ਸਰਹੰਦ, ਉੱਥੇ ਹਮਲਾ ਕਰਕੇ ਇੱਟ ਨਾਲ ਇੱਟ ਖੜਕਾਈ ਔਰ ਸੂਬੇ ਸਰਹੰਦ ਨੂੰ ਕਰਨੀ ਦੀ ਸਜ਼ਾ ਭੁਗਤਾਈ ਗਈ, ਕਿਉਂਕਿ ਉਸਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਸੀ। ਔਰ ਪੰਜਾਬ ਦੇ ਅੰਦਰ ਅਨੇਕਾਂ ਜੰਗਾਂ ਜਿੱਤ ਕੇ ਖਾਲਸਾ ਰਾਜ ਦਾ ਝੰਡਾ ਬੁਲੰਦ ਕੀਤਾ, ਹਲੇਮੀ ਰਾਜ ਸਥਾਪਿਤ ਕੀਤਾ। ਜਿਵੇਂ ਬਾਣੀ ਦਾ ਫਰਮਾਨ ਹੈ, ਸਭ ਸੁਖਾਲੀ ਵੁੱਠੀਆਂ ਇਹੋ ਹੋਆ ਹਲੇਮੀ ਰਾਜ ਜੀਓ। ਨਿਮਰਤਾ ਦਾ ਰਾਜ ਲਿਆਂਦਾ, ਹਰ ਇੱਕ ਨੂੰ ਨਿਆਂ ਦਿੱਤਾ ਗਿਆ। ਇਉਂ ਖਾਲਸਾ ਪੰਥ ਦੇ ਰਾਜ ਦਾ ਪਹਿਲਾ ਬੇਤਾਜ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਸੀ। ਉਹਦੇ ਬਾਅਦ ਦਿੱਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਵੀ ਸ਼ਹਾਦਤ ਹੋਈ। ਸੈਂਕੜੇ ਸਿੰਘ ਸ਼ਹੀਦ ਹੋਏ। ਸਮਾਂ ਲੰਘਦਾ ਗਿਆ। ਜਿਸ ਇਤਿਹਾਸ ਦੇ ਨਾਲ ਆਪਾਂ ਸਾਂਝ ਪਾਉਣੀ ਹੈ, ਜੋ ਅੱਜ ਦੇ ਦਿਨ 16 ਮਈ ਨੂੰ ਔਰ 1746 ਈਸਵੀ ਨੂੰ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ ਵਿੱਚ ਵਾਪਰਿਆ ਸੀ, ਉਹ ਵੀ ਇਸੇ ਹੀ ਸੋਚ ਦਾ ਸਿੱਟਾ ਸੀ, ਕਿਉਂਕਿ ਮੁਗਲ ਸਿੱਖਾਂ ਨੂੰ ਖਤਮ ਕਰਕੇ ਕਲਮਾ ਪੜ੍ਹਾ ਕੇ ਇਸਲਾਮ ਵਿੱਚ ਲਿਆਉਣਾ ਚਾਹੁੰਦੇ ਸਨ। ਖੈਰ ਬਾਬਰ ਤੋਂ ਬਾਬੇ ਕਿਆਂ ਦੀ ਟੱਕਰ ਚੱਲ ਹੀ ਰਹੀ ਸੀ। ਸਦੀਆਂ ਲੰਘ ਗਈਆਂ, ਇਹ ਇਸੇ ਤਰ੍ਹਾਂ ਹੀ ਦੋਵੇਂ ਧਿਰ ਭਿੜਦੇ ਰਹੇ। ਸਿੱਖਾਂ ਦਾ ਧਿਰ ਇਨਸਾਨੀਅਤ ਦੀ ਖਾਤਰ, ਭਾਰਤ ਵਰਸ਼ ਦੀ ਖਾਤਰ, ਮਜ਼ਲੂਮ ਦੀ ਖਾਤਰ ਤਲਵਾਰ ਉਠਾਈ ਬੈਠਾ ਸੀ, ਔਰ ਮੁਗਲਾਂ ਦਾ ਧਿਰ ਜ਼ੁਲਮੋ ਸਤਮ ਢਾਉਣ ਲਈ ਤਲਵਾਰ ਉਠਾਈ ਬੈਠਾ ਸੀ। ਸੋ 3 ਜੇਠ
1803 ਬਿਕਰਮੀ ਸੰਮਤ ਨੂੰ ਇਹ ਘੱਲੂਘਾਰਾ ਵਾਪਰਦਾ ਹੈ। ਹੁਣ ਹੋਇਆ ਕੀ ਹੈ, ਮੁਗਲਾਂ ਅਤੇ ਸਿੰਘਾਂ ਦੇ ਵਿੱਚ ਖੂਨੀ ਦੁਖਾਂਤ ਵਾਪਰਿਆ ਸੀ, ਜਿਸ ਨੂੰ ਆਪਾਂ ਘੱਲੂਘਾਰਾ ਕਹਿ ਦਿੰਦੇ ਹਾਂ। ਘੱਲੂਘਾਰੇ ਦਾ ਮਤਲਬ ਹੈ ਸਰਵਨਾਸ਼, ਤਬਾਹੀ, ਕਤਲੇਆਮ, ਗਾਰਤੀ। ਜਿਵੇਂ ਇੰਗਲਿਸ਼ ਵਿੱਚ ਕਹਿ ਦਿੱਤਾ ਜਾਂਦਾ ਹੈ, ਘੱਲੂਘਾਰਾ ਇਜ਼ ਅ ਪੰਜਾਬੀ ਵਰਡ, ਇਟ ਮੀਨਸ ਕਾਰਨੇਜ, ਜੈਨੋਸਾਈਡ। ਬੜੇ ਵੱਡੇ ਸਕੇਲ 'ਤੇ ਜਦੋਂ ਕਤਲੋ ਗੈਰਤ ਹੋਵੇ। ਹੁਣ ਦੇਖੋ, ਸਮਾਂ ਆਇਆ, ਅਬਦੁਸ ਸਮਦ ਖਾਂ ਜੋ ਲਾਹੌਰ ਦਾ ਗਵਰਨਰ ਹੈ, ਇਸ ਦਾ ਪੁੱਤਰ ਜ਼ਕਰੀਆ ਖਾਂ, ਖਾਨ ਬਹਾਦਰ ਲਾਹੌਰ ਦਾ ਗਵਰਨਰ ਬਣਿਆ। ਜ਼ਕਰੀਆ ਖਾਂ ਤੋਂ ਬਾਅਦ ਇਸ ਦਾ ਪੁੱਤਰ ਯਹੀਆ ਖਾਂ ਲਾਹੌਰ ਦਾ ਗਵਰਨਰ ਬਣਿਆ। ਯਹੀਆ ਖਾਂ ਨੇ ਇੱਕ ਖੱਤਰੀ ਜਸਪਤ ਰਾਏ ਨੂੰ ਏਮਨਾਬਾਦ ਦਾ ਫੌਜਦਾਰ ਥਾਪਿਆ ਅਤੇ ਉਸਦੇ ਭਾਈ ਲਖਪਤ ਰਾਏ ਨੂੰ ਲਾਹੌਰ ਦਾ ਦੀਵਾਨ ਥਾਪਿਆ। ਹੁਣ 1746 ਈਸਵੀ ਦੇ ਵਿੱਚ ਜਸਪਤ ਰਾਏ ਨੇ ਬੜੀ ਖੁੱਲ੍ਹ ਮਿਲਣ 'ਤੇ ਜ਼ੁਲਮੋ ਸਤਮ ਢਾਉਣਾ ਸ਼ੁਰੂ ਕੀਤਾ, ਧੱਕੇ ਨਾਲ ਜਜ਼ੀਆ ਵਸੂਲਣਾ ਸ਼ੁਰੂ ਕੀਤਾ। ਲੋਕ ਦੁਖੀ ਹੋ ਕੇ ਖਾਲਸਾ ਫੌਜ ਦੇ ਵਿੱਚ ਭਰਤੀ ਹੋਣ ਲੱਗ ਪਏ। ਜਦੋਂ ਖਾਲਸਿਆਂ ਦੀ ਤਾਕਤ ਵਧੀ, ਯਹੀਆ ਖਾਂ ਨੇ, ਜਸਪਤ ਰਾਏ ਨੇ, ਲਖਪਤ ਰਾਏ ਨੇ, ਇਹਨਾਂ ਸਾਰਿਆਂ ਨੇ ਵਿਚਾਰ ਕੀਤੀ ਵੀ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਚਾਹੀਦਾ ਹੈ ਔਰ ਸਿੱਖਾਂ ਨੂੰ ਖਤਮ ਕਰਨ ਦੇ ਲਈ ਇੱਕ ਦਮਨ ਮੁਹਿੰਮ ਆਰੰਭ ਕੀਤੀ। ਏਮਨਾਬਾਦ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਸਥਾਨ ਗੁਰਦੁਆਰਾ ਰੂੜੀ ਸਾਹਿਬ ਹੈ, ਆਪ ਸੰਗਤਾਂ ਵਾਕਫ ਹੀ ਹੋ। 1746 ਈਸਵੀ ਵਿੱਚ ਵਿਸਾਖੀ ਦਾ ਦਿਹਾੜਾ ਖਾਲਸਾ ਪੰਥ ਉੱਥੇ ਮਨਾ ਰਿਹਾ ਹੈ। ਕੁਝ ਸਿੰਘ ਉੱਥੇ ਇਕੱਠੇ ਹੋਏ। ਜਸਪਤ ਰਾਏ ਨੂੰ ਖਬਰ ਮਿਲੀ ਹੈ, ਉਹ ਫੌਜਾਂ ਲੈ ਕੇ ਪਹੁੰਚ ਗਿਆ। ਉਸਨੇ ਸਿੰਘਾਂ ਦੇ ਉੱਤੇ ਹਮਲਾ ਕਰ ਦਿੱਤਾ ਹੈ। ਹੁਣ ਇਸ ਹਮਲੇ ਦੇ ਵਿੱਚ ਗੁਰੂ ਕਿਆਂ ਸਿੰਘਾਂ ਦੇ ਵਿੱਚੋਂ ਇੱਕ ਸਿੰਘ ਨੇ ਫੁਰਤੀ ਦਿਖਾਈ। ਹਾਥੀ ਦੀ ਪੂਛ ਪਕੜ ਕੇ ਨਿਮਖ ਭਰਦੇ ਅੱਖ ਝਮਕਣ ਦੇ ਸਮੇਂ ਵਿੱਚ ਛਲਾਂਗ ਲਾ ਕੇ ਹਾਥੀ 'ਤੇ ਬੈਠਾ ਔਰ ਕੱਢ ਕੇ ਝੰਡੀ, ਕੱਢ ਕੇ ਤਲਵਾਰ ਜਸਪਤ ਰਾਏ ਦਾ ਸਿਰ ਧੜ ਨਾਲੋਂ ਇੱਕੇ ਵਾਰ ਦੇ ਨਾਲ ਜੁਦਾ ਕਰ ਦਿੱਤਾ। ਜਸਪਤ ਰਾਏ ਹਾਥੀ ਤੋਂ ਡਿੱਗਾ। ਫੌਜਾਂ ਵਿੱਚ ਭਗਦੜ ਮਚ ਗਈ। ਪੰਥ ਪ੍ਰਕਾਸ਼ ਦੇ ਵਿੱਚ ਭਾਈ ਰਤਨ ਸਿੰਘ ਜੀ ਭੰਗੂ ਨੇ ਇਸ ਇਤਿਹਾਸ ਨੂੰ ਬਾ ਕਮਾਲ ਚਿਤਰਿਆ। ਕਹਿੰਦੇ, ਜਿਸ ਦਿਨ ਜਸਪਤ ਮਾਰ ਸੋ ਲਇਓ, ਸਿੰਘਨ ਟੂਟ ਦਰਿਦਰ ਗਇਓ। ਖੈਰ, ਜਸਪਤ ਰਾਏ ਦੀ ਮੌਤ ਤੋਂ ਲਖਪਤ ਰਾਏ, ਇਸ ਦਾ ਭਾਈ, ਤਿਲਮਿਲਾ ਉੱਠਿਆ। ਭਰੇ ਦਰਬਾਰ ਦੇ ਵਿੱਚ ਯਹੀਆ ਖਾਨ ਦੇ ਸਾਹਮਣੇ ਪੱਗ ਲਾ ਕੇ ਸੁੱਟ ਦਿੱਤੀ ਔਰ ਐਲਾਨ ਕੀਤਾ, ਇਹ ਪੱਗ ਸਿੱਖਾਂ ਦਾ ਖੁਰਾ ਖੋਜ ਮਿਟਾ ਕੇ ਹੀ ਹੁਣ ਬੰਨਾਂਗਾ। ਉਹਨਾਂ ਚਿਰ ਖੱਤਰੀ ਨਹੀਂ ਅਖਵਾਵਾਂਗਾ ਜਿੰਨਾ ਚਿਰ ਇੱਕ ਵੀ ਸਿੱਖ ਇਸ ਰੂਹੇ ਜ਼ਮੀਨ 'ਤੇ ਜਿਉਂਦਾ ਹੈ। ਪੰਥ ਪ੍ਰਕਾਸ਼ 'ਤੇ ਵੀ ਬੋਲ ਨੇ, ਯਹੀ ਬਾਤ ਲਖਪਤ ਸੁਣੀ, ਟੇਹੇ ਨਵਾਬ ਦਈ ਪਗ ਢਾਰ, ਫੇਰ ਆਨ ਮੈਂ ਬੰਦੋਂਗੋ, ਸਿੰਘਨ ਕੋ ਪੰਥ ਗਾਰ। ਸਿੰਘਾਂ ਨੂੰ ਗਾਲ ਕੇ, ਪੰਥ ਨੂੰ ਮਿਟਾ ਕੇ ਹੀ ਪੱਗ ਬੰਨਾਂਗਾ ਮੈਂ। ਸੋ ਐਲਾਨ ਹੋਇਆ। ਯਹੀਆ ਖਾਨ ਨੇ ਲਖਪਤ ਰਾਏ ਨੂੰ ਫੌਜਾਂ ਦੇ ਦਿੱਤੀਆਂ। ਲਾਹੌਰ ਦੀ ਫੌਜ, ਜਲੰਧਰ ਦੀ ਫੌਜ, ਮੁਲਤਾਨ ਦੀ ਫੌਜ, ਬਹਾਵਲਪੁਰ ਦੀ ਫੌਜ ਇਸ ਦੇ ਨਾਲ ਸੀ। ਲਾਹੌਰ ਵਿੱਚ ਸਿੰਘਾਂ ਦੀ ਕਤਲੋ ਗੈਰਤ ਸ਼ੁਰੂ ਹੋਈ। ਸਾਰੇ ਇਲਾਕੇ ਵਿੱਚੋਂ ਲੱਭ ਲੱਭ ਕੇ ਸਿੰਘਾਂ ਨੂੰ ਮਾਰਿਆ ਜਾਣ ਲੱਗਾ, ਸ਼ਹੀਦ ਕੀਤਾ ਜਾਣ ਲੱਗਾ, ਮੌਤ ਦੇ ਘਾਟ ਉਤਾਰਿਆ ਜਾਣ ਲੱਗਾ। ਐਲਾਨ ਕਰ ਦਿੱਤਾ ਲਖਪਤ ਰਾਏ ਨੇ ਵੀ ਕੋਈ ਵੀ ਸਿੰਘਾਂ ਦੇ ਨਾਲ ਵਾਹ ਵਾਸਤਾ ਨਹੀਂ ਰੱਖੇਗਾ। ਕਿਸੇ ਪ੍ਰਕਾਰ ਦੀ
मिलन वरतों नहीं करेगा, ना कोई बाणी पढ़ेगा, गुरु लफ्ज़ नहीं वरत्या जाएगा। इत्थे कोई गुरु नहीं है। इत्थों तक गुड़ लफ्ज़ ਉਹਦੇ ਤੇ ਵੀ पाबंदी ला दी, क्योंकि जदों गुड़ लफ्ज़ बोलीदा है ਉਹਦੇ ਵਿੱਚੋਂ ਧੁਨੀ गुरु की निकलती है। गुड़ लफ्ज़ भी नहीं वरत्या जाएगा, उदों तो ही फिर गुड़ नूं रोड़ी किया जान लगा है। भाव कि इन्नी नफरत सिखां नाले करदा सी। और श्री गुरु ग्रंथ साहिब लई ऐलान किया, पोथी लफ्ज़ वरतना है, कोई लकब नहीं लाउणा, कोई सत्कार नहीं देना। जिवें अजकल कई श्री गुरु ग्रंथ साहिब नूं केवल ग्रंथ साहिब ही कह दिंदे ने जां कल्ला पोथी कह दिंदे ने। हरे के बाणी दा फरमान है, पोथी परमेश्वर का थान। ये श्री गुरु ग्रंथ साहिब जी परमेश्वर दा स्वरूप ने, परमेश्वर दी आवाज़ ने। देखो जिवें बाणी दे विच जिक्र आउंदा है, वाहो वाहो बाणी निरंकार है, तिस जे वड्डे अवर ना कोई। गुरबाणी नालों उपर कुछ भी नहीं, और गुरबाणी का अदब सत्कार हर सिख करदा है। खैर, रज के गुरु कियां बीड़ां की बेअदबी की गई। पोथी लफ्ज़ प्रचलित किया भी श्री गुरु ग्रंथ साहिब नहीं कहना। लखपत राय दे कीते हुए ये जिहड़े जुल्म सन, इस दरिंदगी की खबर जदों नवाब कपूर सिंह जी नूं मिली, जो सुल्तानुल कौम सन उस समय, जिन्हां ने अपने तो बाद सुल्तानुल कौम का खिताब बाबा जस्सा सिंह आहलूवालिया नूं दिता सी। खैर, उन्होंने मुखी ਸਿੰਘਾਂ ਨੂੰ चिट्ठी पत्र भेजे। गुरदासपुर कानूवान के छंभ विच उत्थे जंगलों के विच आउण लई कहा गया। उत्थे काफ़ी मुखी सिंह अपने जथियां दे समेत पहुँच गए। हुण कानूवान छंभ दे विच गिणती काफ़ी हो गई। दो रायां ने इतिहासकारां दीआं, कुछ कहंदे ने 15,000 गिणती सी, कोई कहंदा 25,000 गिणती सी। खैर, उत्थे काफ़ी गिणती हो गई। नवाब कपूर सिंह जी हाज़र ने, बाबा जस्सा सिंह आहलूवालिया हाज़र है, बाबा सुखा सिंह माड़ी कंबो की, भाई गुरदयाल सिंह डल्लेवालिया, बाबा नौद सिंह शुकर चक्किया, ये सारे उत्थे हाज़र ने। वड्डा इकट्ठ होया। लखपत राय नूं भी सूह मिल गई भी सिंह कानूआन छंभ च इकत्तर होए ने। यहिया खान पासों 50,000 के करीब सिपाही लैके इसने इस जंगल नूं घेरिया है। घमसान का युद्ध होया। सरदार सुखा सिंह माड़ी कंबोकी ने महान उत्थे युद्ध लड़िया, लखपत राय दीआं फौजां नाल जूझे ने। लखपत राय की मदाद उसका पुत्र हरभज राय सी, और यहिया खान का पुत्र नाहर खान भी सी। उधर बाबा जस्सा सिंह आहलूवालिया, नवाब कपूर सिंह, सरदार सुखा सिंह माड़ी कंबोकी, ये सारे जंग दे विच जूझ रहे सन। भाई रतन सिंह भंगू ने भी बाकमाल वर्णन किया इस जंग का। हुण लखपत राय की फौज के कोल भारी भरकम गोली सिक्का सी, बरूद सी, चंगियां तोपां सन, चंगियां रफलां सन, और ਸਿੰਘਾਂ नालों गिणती भी कई गुणा ज़्यादा सी। सुबह तो लैके शाम तक घमसान का युद्ध चलता है। रात नूं जदों जंग की समाप्ति का बिगल वजदा है। लंबे समय तो घेरा पिया सी, रस्त बस्त ਸਿੰਘਾਂ कोल मुक गई सी। सो रात नूं दुश्मन के दल विच जांदे ने, जंग लड़ते ने, और रस्त लैके फिर जंगल विच वड़ जाते ने। इस तरह समा लंघदा गया। तकरीबन 2.5-3 महीने के करीब एक घेरा रहा है। हौली हौली रस्तां बस्तां मुक गईयां, गोली सिक्का खत्म हो गया। लड़दियां लड़दियां हथियार भी खुंडे हो गए, पर सिखां दे मन डावाडोल नहीं होए, भावना खुंडी नहीं हुई। यही भावना सी, पूरा गुर ऊपर कुर्बान, अपने पूरे गुरु तो, गुरु गोबिंद सिंह सच्चे पातशाह गुरु ग्रंथ साहिब तो आपा वारदे हाँ, कोई भै नहीं। ऐसी भावना सी उन्हां दे विच।
ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਨੇ ਲਖਪਤ ਰਾਏ ਦੇ ਹਾਥੀ ਤੇ ਚੜ੍ਹ ਕੇ ਵੀ ਵਾਰ ਕਰਨਾ ਚਾਹਿਆ, ਪਰ ਉਹ ਫੱਟੜ ਹੋ ਗਏ ਸਨ। ਖੈਰ, ਹਜ਼ਾਰਾਂ ਸਿਪਾਹੀ ਜਦੋਂ ਲਖਪਤ ਰਾਏ ਦੇ ਮਰ ਗਏ, ਇਹ ਤਿਲਮਿਲਾ ਉੱਠਿਆ। ਇਸ ਨੇ ਜੰਗਲ ਨੂੰ, ਛੰਭ ਨੂੰ ਅੱਗ ਲਾ ਦਿੱਤੀ। ਹੁਣ ਸਿੰਘਾਂ ਕੋਲ ਗੋਲੀ ਬਰੂਦ ਵੀ ਮੁੱਕ ਚੁੱਕਿਆ ਸੀ, ਰਸਤਾਂ ਵੀ ਮੁੱਕ ਚੁੱਕੀਆਂ ਸਨ। ਅਖੀਰ ਸਿੰਘਾਂ ਨੂੰ ਜੰਗਲ 'ਚੋਂ ਬਾਹਰ ਆਉਣਾ ਪਿਆ। ਰਾਏ ਇਹ ਕੀਤੀ ਗਈ ਵੀ ਇੱਕ ਜਥਾ ਬੀਬੀਆਂ ਨੂੰ, ਬੱਚਿਆਂ ਨੂੰ ਲੈ ਕੇ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਬਸੌਲੀ ਨਗਰ ਵੱਲ ਨੂੰ, ਪਹਾੜਾਂ ਵੱਲ ਨੂੰ ਨਿਕਲ ਜਾਵੇ। ਔਰ ਇਸੇ ਤਰ੍ਹਾਂ ਹੋਇਆ। ਰਾਵੀ ਪਾਰ ਕਰਕੇ ਸਿੰਘ ਚੱਲ ਪਏ। ਸੋਚਿਆ ਵੀ ਚਲੋ ਪਹਾੜੀ ਲੋਕ ਮਦਦ ਕਰਨਗੇ, ਪਰ ਲਖਪਤ ਰਾਏ ਤੋਂ ਡਰਦੇ ਹੋਏ ਉਹ ਲੋਕ ਸਿੱਖਾਂ ਦੇ ਖਿਲਾਫ ਭੁਗਤੇ। ਸਿੱਖਾਂ ਦਾ ਸਵਾਗਤ ਰੋੜਿਆਂ ਦੇ ਨਾਲ, ਪੱਥਰਾਂ ਦੇ ਨਾਲ, ਗੋਲੀਆਂ ਚਲਾ ਕੇ ਪਹਾੜੀ ਲੋਕਾਂ ਨੇ ਕੀਤਾ। ਹੁਣ ਸਿੰਘਾਂ ਨੇ ਸੋਚਿਆ, ਇੱਕ ਬੰਨੇ ਰਾਵੀ ਦਰਿਆ ਦਾ ਪਾਣੀ ਚੜ੍ਹਿਆ ਹੈ, ਇੱਕ ਬੰਨੇ ਪਹਾੜੀ ਲੋਕ ਵੈਰੀ ਬਣ ਗਏ, ਇੱਕ ਬੰਨੇ ਲਖਪਤ ਰਾਏ ਦੀਆਂ ਫੌਜਾਂ ਨੇ, ਇੱਕ ਬੰਨੇ ਜੰਗਲ ਦੀ ਅੱਗ ਹੈ। ਖਾਲਸਾ ਚੌਹਾਂ ਪੱਖਾਂ ਤੋਂ, ਦਿਸ਼ਾ ਤੋਂ ਘਿਰ ਗਿਆ। ਹੁਣ ਸਿੰਘਾਂ ਨੇ ਰਾਏ ਕੀਤੀ ਹੈ, ਦੋ ਜਥੇ ਬਣਾਏ ਵੀ ਜਿਹੜਾ ਪੈਦਲ ਜਥਾ ਹੈ ਉਹ ਸਿੰਘਣੀਆਂ ਨੂੰ, ਬੱਚਿਆਂ ਨੂੰ ਲੈ ਕੇ ਪਹਾੜਾਂ ਵੱਲ ਨੂੰ ਨਿਕਲੇ, ਪਹਾੜੀਆਂ ਦਾ ਮੁਕਾਬਲਾ ਕਰੇ, ਅਤੇ ਜਿਹੜੇ ਘੋੜ ਸਵਾਰ ਨੇ ਉਹ ਦੂਸਰਾ ਜਥਾ ਲੈ ਕੇ ਵਾਪਸ ਜਾਣ, ਰਾਵੀ ਨੂੰ ਪਾਰ ਕਰਨ, ਲਖਪਤ ਰਾਏ ਦੀਆਂ ਫੌਜਾਂ ਨੂੰ ਚੀਰ ਕੇ ਮਾਲਵੇ, ਦੁਆਬੇ ਵੱਲ ਨਿਕਲ ਜਾਣ। ਬਾਬਾ ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ ਆਪਣੇ ਲੜਾਕੂ ਜਥੇ ਲੈ ਕੇ ਰਾਵੀ ਪਾਰ ਕਰਦੇ ਹੋਏ ਇਸੇ ਤਰ੍ਹਾਂ ਲਖਪਤ ਰਾਏ ਦੀਆਂ ਫੌਜਾਂ ਨਾਲ ਜੂਝਦੇ ਹੋਏ ਸ੍ਰੀ ਹਰਗੋਬਿੰਦਪੁਰ ਦੇ ਪੱਤਣ ਤੋਂ ਬਿਆਸ ਦਰਿਆ ਪਾਰ ਕਰਕੇ ਦੁਆਬੇ ਜਾ ਵੜੇ। ਹਜ਼ਾਰਾਂ ਸਿੰਘਾਂ ਦੀਆਂ ਸ਼ਹੀਦੀਆਂ ਹੋ ਚੁੱਕੀਆਂ ਸਨ। ਕੁਝ ਸਿੰਘ ਪਹਾੜਾਂ ਵੱਲ ਚਲੇ ਗਏ ਸਨ, ਮਾਲਵੇ ਦੁਆਬੇ ਵੱਲ ਨੂੰ ਖਿੱਲਰ ਗਏ ਸਨ। ਵੇਖੋ, ਮਈ ਦਾ ਮਹੀਨਾ ਸੀ, ਇਹ ਘੋਰ ਗਰਮੀ ਹੈ। ਔਰ ਜਲੰਧਰ ਦੇ ਇਲਾਕੇ ਵਿੱਚ ਸਿੰਘ ਪਹੁੰਚੇ ਨੇ। ਢਾਲਾਂ ਦੇ ਉੱਤੇ ਪ੍ਰਸ਼ਾਦੇ ਪਕਾਏ ਜਾ ਰਹੇ ਨੇ, ਕੱਚੀਆਂ ਪੱਕੀਆਂ ਰੋਟੀਆਂ ਢਾਲਾਂ ਦੇ ਉੱਤੇ ਲਾਈਆਂ ਜਾ ਰਹੀਆਂ ਨੇ। ਜੋ ਹਾਜ਼ਰ ਸੀ ਛਕਿਆ, ਪਰ ਭਾਵਨਾ ਬਾ ਕਮਾਲ ਸੀ। ਅਜੋਕੇ ਸਮੇਂ ਨਾਲ ਜੇ ਕੰਪੈਰੀਜ਼ਨ ਕਰੀਏ ਤਾਂ ਅਸੀਂ ਝੱਟ ਡੋਲ ਜਾਂਦੇ ਹਾਂ। ਐਸੀ ਭੀੜ ਦੇ ਵਿੱਚ ਵੀ ਇਹੀ ਕਹਿੰਦੇ ਸਨ, ਜੇ ਸੁਖ ਦੇਹ ਤਾਂ ਤੁਝਹਿ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇਹ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਰੁੱਖੀ ਮਿੱਸੀ ਮਿਲ ਜਾਵੇ ਤਾਂ ਵੀ ਗੁਰੂ ਗੋਬਿੰਦ ਸਿੰਘ ਦਾ ਸ਼ੁਕਰਾਨਾ ਹੈ, ਰਜਵੀਂ ਮਿਲ ਜਾਵੇ ਤਾਂ ਵੀ ਸ਼ੁਕਰਾਨਾ ਹੈ, ਸੁੱਖ ਮਿਲੇ ਤਾਂ ਵੀ ਸ਼ੁਕਰ, ਦੁੱਖ ਮਿਲੇ ਤਾਂ ਵੀ ਸ਼ੁਕਰ। ਖੈਰ, ਅੰਨ ਪਕਾਉਂਦੇ ਹੋਏ ਸਿੰਘਾਂ ਦੇ ਉੱਤੇ ਅਦੀਨਾ ਬੇਗ, ਜੋ ਜਲੰਧਰ ਦਾ ਸੂਬਾ ਸੀ, ਫੌਜਾਂ ਲੈ ਕੇ ਉਸਨੇ ਹਮਲਾ ਕਰ ਦਿੱਤਾ। ਇੱਥੇ ਵੀ ਘਮਸਾਨ ਦਾ ਯੁੱਧ ਹੋਇਆ। ਇੱਥੇ ਵੀ ਸਿੰਘਾਂ ਨੇ ਫਿਰ ਦੰਦ ਖੱਟੇ ਕੀਤੇ ਨੇ ਅਦੀਨਾ ਬੇਗ ਦੀਆਂ ਫੌਜਾਂ ਦੇ। ਹੁਣ ਸਿੰਘ ਅੱਗੇ ਵਧੇ, ਜੰਗ ਲੜਦੇ, ਮੁਸੀਬਤਾਂ ਝੱਲਦੇ ਹੋਏ ਆਲੀਵਾਲ ਦੇ ਪੱਤਣ ਤੋਂ ਸਤਲੁਜ ਪਾਰ ਕਰਕੇ ਮਾਲਵੇ ਦੀ ਧਰਤੀ ਵੱਲ ਚਲੇ ਗਏ ਨੇ। ਇਹ ਜਿਹੜਾ ਛੋਟਾ ਘੱਲੂਘਾਰਾ ਹੈ, ਇੱਥੇ ਮੁਗਲੀਆ ਸਲਤਨਤ ਦਾ ਵੀ ਕਾਫੀ ਨੁਕਸਾਨ ਹੋਇਆ। ਲਖਪਤ ਰਾਏ ਦਾ ਲਖਤੇ ਜਿਗਰ ਹਰਭਜ ਰਾਏ ਜੰਗ ਵਿੱਚ ਮਾਰਿਆ ਗਿਆ। ਲਾਹੌਰ ਦੇ ਗਵਰਨਰ ਯਾਹੀਆ ਖਾਨ ਦਾ ਬੇਟਾ ਨਾਹਰ ਖਾਂ ਜੰਗ ਵਿੱਚ ਮਾਰਿਆ ਗਿਆ। ਕਰਮ ਬਖਸ਼ ਵਰਗੇ ਜਰਨੈਲ ਔਰ ਹਜ਼ਾਰਾਂ ਸਿਪਾਹੀ ਮੁਗਲਾਂ ਦੇ ਇਸ ਜੰਗ ਦੇ ਵਿੱਚ ਮਾਰੇ ਗਏ। ਦੂਸਰੇ ਬੰਨੇ ਸਿੰਘਾਂ ਦਾ ਤਕਰੀਬਨ 7 ਤੋਂ 8 ਹਜ਼ਾਰ ਸੂਰਮਾ ਇਸ ਜੰਗ ਦੇ ਵਿੱਚ ਸ਼ਹੀਦ ਹੋਇਆ। 3000 ਦੇ ਕਰੀਬ ਸਿੰਘ ਕੈਦੀ ਬਣਾ ਲਏ ਗਏ ਨੇ। ਲਖਪਤ ਰਾਏ ਵੱਲੋਂ ਲਾਹੌਰ ਲੈ ਗਿਆ ਹੈ। ਨਖਾਸ ਚੌਂਕ ਦੇ ਵਿੱਚ ਤਸੀਹੇ ਦੇ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਕੁਝ ਦੀਵਾਰਾਂ ਵਿੱਚ ਚੁਣੇ ਗਏ, ਕੁਝ ਨੀਹਾਂ ਦੇ ਹੇਠ ਦੱਬ ਦਿੱਤੇ ਗਏ, ਕੁਝ ਟੋਏ ਪੁੱਟ ਕੇ ਸੁੱਟ ਦਿੱਤੇ ਗਏ। ਲਹੂ ਦੇ ਨਾਲ ਮਸੀਤਾਂ ਦੇ ਫਰਸ਼ ਧੋਤੇ ਗਏ। ਬੜਾ ਜ਼ੁਲਮ ਢਾਇਆ ਗਿਆ।
ਹੁਣ ਇੱਥੇ ਹਜ਼ਾਰਾਂ ਸਿੰਘ ਸ਼ਹੀਦ ਹੋਏ ਸਨ। ਸਿੱਖ ਇਤਿਹਾਸ ਵਿੱਚ ਇਸ ਦਿਹਾੜੇ ਨੂੰ ਛੋਟਾ ਘੱਲੂਘਾਰਾ ਕਹਿ ਕੇ ਯਾਦ ਕੀਤਾ ਜਾਂਦਾ ਹੈ। ਛੋਟਾ ਇਸ ਲਈ ਕਿਉਂਕਿ ਅੱਜ ਤੋਂ ਕੁਝ ਸਮਾਂ ਬਾਅਦ ਭਾਰਤ ਦੀ ਰੂਹੇ ਜ਼ਮੀਨ 'ਤੇ ਵੱਡਾ ਘੱਲੂਘਾਰਾ ਵਾਪਰਿਆ ਸੀ, ਜਿੱਥੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਦੇ ਵਿੱਚ 25 ਤੋਂ 30 ਹਜ਼ਾਰ ਦੇ ਕਰੀਬ ਸਿੰਘ ਸਿੰਘਣੀਆਂ ਬੱਚੇ ਅਹਿਮਦ ਸ਼ਾਹ ਦੁਰਾਨੀ ਦੀਆਂ ਫੌਜਾਂ ਨਾਲ ਟਕਰਾਉਂਦੇ ਹੋਏ ਸ਼ਹਾਦਤ ਦੀ ਅਵਧੀ ਮਾਣ ਗਏ ਸਨ। ਮਲੇਰਕੋਟਲੇ ਤੋਂ ਕੋਈ 12 ਕਿਲੋਮੀਟਰ ਦੀ ਦੂਰੀ 'ਤੇ ਕੁਪਰਹੀੜਾ ਜਿਹੜੀ ਜਗ੍ਹਾ ਹੈ ਉੱਥੇ ਜੰਗ ਹੋਇਆ ਸੀ। ਖੈਰ, ਇਹ ਦੂਸਰਾ ਘੱਲੂਘਾਰਾ ਜਿਹਨੂੰ ਵੱਡਾ ਘੱਲੂਘਾਰਾ ਕਹਿੰਦੇ, ਅਤੇ ਤੀਸਰਾ 1984 ਦਾ ਦੌਰ ਬਲੂ ਸਟਾਰ। ਇਹ 3 ਘੱਲੂਘਾਰੇ ਸਿੱਖ ਜਗਤ ਦੇ ਵਿੱਚ ਪ੍ਰਚਲਿਤ ਨੇ। ਖੈਰ, ਜਦੋਂ ਛੋਟੇ ਘੱਲੂਘਾਰੇ ਦੇ ਵਿੱਚ ਹਜ਼ਾਰਾਂ ਸਿੰਘ ਸ਼ਹੀਦ ਹੋਏ, ਬੜਾ ਨੁਕਸਾਨ ਖਾਲਸਾ ਪੰਥ ਦਾ ਹੋਇਆ, ਪਰ ਐਸਾ ਲੋਹੇ ਦਾ ਵਜੂਦ ਹੈ ਸਿੰਘਾਂ ਦਾ। ਧੰਨ ਨੇ ਸਿੰਘ, ਧੰਨ ਨੇ ਉਹ ਸਿੰਘਣੀਆਂ ਜਿਨ੍ਹਾਂ ਦੇ ਏਡੇ ਵੱਡੇ ਹੌਸਲੇ ਨੇ। 1746 ਈਸਵੀ ਵਿੱਚ ਮਈ ਦੇ ਮਹੀਨੇ ਇਹ ਜਾਨੀ ਮਾਲੀ ਨੁਕਸਾਨ ਹੁੰਦਾ ਹੈ। ਐਲਾਨ ਕਰਦਾ ਹੈ ਲਖਪਤ ਰਾਏ ਯਹੀਆ ਖਾਨ ਵੀ ਸਿੱਖ ਪੰਥ ਦਾ ਖਾਤਮਾ ਕਰ ਦਿੱਤਾ ਹੈ, ਖੁਰਾ ਖੋਜ ਮਿਟਾ ਦਿੱਤਾ, ਕੋਈ ਸਿੱਖ ਨਹੀਂ ਰਿਹਾ। ਥੋੜਾ ਸਮਾਂ ਬਾਅਦ ਅਗਲੇ ਸਾਲ ਹੀ 1747 ਈਸਵੀ ਦੇ ਵਿੱਚ ਹੀ ਵਿਸਾਖੀ ਦਾ ਦਿਹਾੜਾ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਇਲਾਕਾ ਹੈ, ਰਾਮ ਰੌਣੀ ਨਾਮ ਦਾ ਇੱਕ ਕਿਲ੍ਹਾ ਖਾਲਸਾ ਪੰਥ ਲਈ ਆਪਣੇ ਲਈ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਹੀ ਉਸਾਰਿਆ, ਔਰ ਯਹੀਆ ਖਾਨ ਅਤੇ ਲਖਪਤ ਰਾਏ ਨੂੰ ਇਹ ਸਮਝਾ ਦਿੱਤਾ ਵੀ ਖਾਲਸਾ ਮਿਟ ਨਹੀਂ ਸਕਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ 4 ਸਾਹਿਬਜ਼ਾਦਿਆਂ ਦੇ ਲਹੂ ਨਾਲ ਇਸ ਰੁੱਖ ਨੂੰ ਸਿੰਚਿਆ ਹੈ, ਪਿਤਾ ਦੇ ਲਹੂ ਨਾਲ ਸਿੰਚਿਆ ਹੈ। ਪਹਿਲੇ ਪਿਤਾ ਕਟਾਇਆ ਅਬ ਬੇਟੇ ਕਟਵਾਊਂਗਾ, ਨਾਨਕ ਕਾ ਬਾਗ ਖੂਨੀ ਜਿਗਰ ਸੇ ਨਹਿਲਾਊਂਗਾ। ਜਿਹੜਾ ਸਾਹਿਬਜ਼ਾਦਿਆਂ ਦੇ ਲਹੂ ਨਾਲ ਸਿੰਚਿਆ ਖਾਲਸਾ ਪੰਥ ਰੂਪੀ ਰੁੱਖ ਹੈ, ਇਹ ਕਦੇ ਸੁੱਕ ਨਹੀਂ ਸਕਦਾ। ਜਿਵੇਂ ਪਾਣੀ ਨਾਲ ਸਿੰਚਿਆ ਰੁੱਖ ਹਰਿਆ ਭਰਿਆ ਹੁੰਦਾ ਏ, ਇਹ ਲਹੂ ਨਾਲ ਸਿੰਚਿਆ ਹੋਇਆ ਖਾਲਸਾ ਪੰਥ ਹੋਰ ਵੀ ਪ੍ਰਫੁੱਲਤ ਹੋਇਆ ਹੈ, ਹੋਰ ਵੀ ਵਧਿਆ ਹੈ। ਸੋ ਐਸੀਆਂ ਮੁਸ਼ੱਕਤਾਂ ਘਾਲ ਕੇ ਇਹ ਇਤਿਹਾਸ ਖਾਲਸਾ ਪੰਥ ਨੇ ਸਿਰਜੇ ਨੇ। ਫਿਰ ਹੀ ਜਾ ਕੇ ਕਿਤੇ 12 ਮਿਸਲਾਂ ਹੋਂਦ ਵਿੱਚ ਆਈਆਂ, ਫਿਰ ਹੀ ਰਾਜਾ ਰਣਜੀਤ ਸਿੰਘ ਦਾ ਮਹਾਨ ਰਾਜ ਹੋਂਦ ਵਿੱਚ ਆਉਂਦਾ ਹੈ, ਫਿਰ ਹੀ ਦੁਨੀਆ ਦੇ ਅੰਦਰ ਪੰਜਾਬ ਦੇਸ਼ ਖਾਲਸੇ ਦਾ ਜਿੱਥੇ ਰਾਜ ਸੀ ਇੱਕ ਮਹਾਨ ਦੇਸ਼ ਬਣਦਾ ਹੈ। ਖੈਰ, ਜਿਵੇਂ ਬੀਜ ਆਪਣਾ ਆਪ ਮਿਟਾ ਕੇ ਹੀ ਰੁੱਖ ਬਣਦਾ ਹੈ, ਖਾਲਸੇ ਨੇ ਆਪਣਾ ਆਪ ਮਿਟਾਇਆ ਅਤੇ ਅੱਜ ਅਸੀਂ ਆਪਣੇ ਵੱਡੇ ਵਡੇਰਿਆਂ ਦੀ ਕਰਨੀ ਸਦਕਾ ਪ੍ਰਫੁੱਲਤ ਹਾਂ। ਅੱਜ ਸਾਡੀ ਗਿਣਤੀ ਕਰੋੜਾਂ ਦੇ ਵਿੱਚ ਹੈ। ਦੇਖੋ, ਆਪ ਮਿਟਣਾ ਪੈਂਦਾ ਹੈ। ਬੀਜ ਮਿਟੇਗਾ ਫਿਰ ਹੀ ਪ੍ਰਫੁੱਲਤ ਹੋ ਕੇ ਰੁੱਖ ਬਣੇਗਾ। ਜਿਵੇਂ ਡਾਕਟਰ ਮੁਹੰਮਦ ਇਕਬਾਲ ਅਰਬੀ, ਫਾਰਸੀ, ਉਰਦੂ ਦੇ ਮਹਾਨ ਸ਼ਾਇਰ ਕਹਿੰਦੇ ਨੇ, ਮਿਟਾ ਦੇ अपनी हस्ती को गर कुछ मतरबा चाहे कि दाना खाक में मिलकर गुले गुलजार होता है। सो सिख जगत ਦੇ ਅੰਦਰ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਦਾਸ ਨਮਨ ਕਰਦਾ ਹੈ, ਉਹਨਾਂ ਦੇ ਚਰਨਾਂ ਵਿੱਚ ਸਿਜਦਾ ਕਰਦਾ ਹੈ। ਐਸੇ ਸੂਰਬੀਰਾਂ ਬਾਬਤ ਦੀ ਬਾਣੀ ਦੇ ਬੋਲ ਨੇ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਐਸੀਆਂ ਮਹਾਨ ਸ਼ਹਾਦਤਾਂ ਪਾ ਕੇ ਅਮਰਾ ਪਦ ਪਾ ਗਏ ਉਹ ਸਿੰਘ ਸਿੰਘਣੀਆਂ ਤੇ ਬੱਚੇ, ਜਿਨ੍ਹਾਂ ਨੂੰ ਰੋਜ਼ ਅਰਦਾਸ ਦੇ ਵਿੱਚ ਅਸੀਂ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ। ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਭੁਜੰਗੀਆਂ ਬੀਬੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਸੇ ਤਰ੍ਹਾਂ ਉਹਨਾਂ ਨੂੰ ਯਾਦ ਰੱਖੀਏ, ਸੁਣ ਸਾਖੀ ਮਨ ਜਪ ਪਿਆਰ, ਗੁਰ ਇਤਿਹਾਸ ਨੂੰ, ਵੱਡੇ ਵਡੇਰਿਆਂ ਦੀਆਂ ਸਾਖੀਆਂ ਨੂੰ ਯਾਦ ਰੱਖੀਏ, ਜਿਨ੍ਹਾਂ ਨੇ ਸਿੱਖ ਜਗਤ ਦੀ ਖਾਤਰ ਆਪਾ ਵਾਰਿਆ ਔਰ ਅਮਰਾ ਪਦ ਪਾਇਆ।
ਇੰਨੀ ਕੁ ਹੀ ਵਿਚਾਰ ਪ੍ਰਵਾਨ ਕਰਨੀ। ਦਾਸ ਇੱਥੇ ਵਿਸ਼ਰਾਮ ਦਿੰਦਾ ਹੋਇਆ ਵਿਚਾਰ ਨੂੰ ਆਪ ਸਰਬੱਤ ਸੰਗਤਾਂ ਦੇ ਚਰਨਾਂ ਦੇ ਵਿੱਚ ਸਨਿਮਰ ਫਤਿਹ ਅਰਜ਼ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।